ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਜੇ ਐਗਜ਼ਾਮ ਸਟੱਡੀ ਚੰਡੀਗੜ੍ਹ 'ਚ। ਪੰਜਾਬ ਦੀਆਂ ਪ੍ਰੀਖਿਆਵਾਂ ਲਈ ਮਾਸਟਰ ਕੇਡਰ UGC ਲਈ ਇਸ ਟੌਪਿਕ ਸ਼ੁਰੂ ਕਰਾ ਚੁੱਕੇ ਹਾਂ ਜੀ। ਸੋ ਅੱਜ ਦਾ ਸਾਡਾ ਜਿਹੜਾ ਪੋਲਿਟੀ ਦੇ ਵਿੱਚੋਂ ਸਿਵਿਕਸ ਦੇ ਵਿੱਚੋਂ ਸਾਡਾ ਟੌਪਿਕ ਹੈ ਜੀ ਲਿਬਰਟੀ, ਸੁਤੰਤਰਤਾ ਦੀ ਧਾਰਨਾ। ਸੁਤੰਤਰਤਾ ਦੀ ਧਾਰਨਾ, ਲਾ, ਲਿਬਰਟੀ, ਜਸਟਿਸ, ਤਿੰਨ ਜਿਹੜੇ ਟੌਪਿਕ ਹੈ ਜੀ ਉਹਦੇ 'ਚ ਅਸੀਂ ਲਾ ਕਰ ਚੁੱਕੇ ਹਾਂ ਜੀ। ਅਸੀਂ ਲਾ, ਲਿਬਰਟੀ ਅਤੇ ਜਸਟਿਸ ਬਾਰੇ ਅਸੀਂ ਪੜ੍ਹਾਂਗੇ ਇਹਦੇ 'ਚ। ਪਿਛਲੇ ਟੌਪਿਕਸ ਜਿਹੜੇ ਰੀਸੈਂਟ ਪਾਏ ਜੀ ਉਹਨਾਂ 'ਚ ਗਾਂਧੀਜ਼ਮ, ਮਾਰਕਸਿਜ਼ਮ ਐਂਡ ਲਿਬਰਲਿਜ਼ਮ ਦੇ ਟੌਪਿਕ ਜਿਹੜੇ ਕੀਤੇ ਜਾ ਚੁੱਕੇ ਉਹ ਤੁਸੀਂ ਦੇਖ ਸਕਦੇ ਹੋ ਜੀ ਵੀਡੀਓ। ਸੋ ਸਟਾਰਟ ਕਰਦੇ ਹਾਂ ਜੀ ਅੱਜ ਦਾ ਟੌਪਿਕ, ਸੁਤੰਤਰਤਾ ਦੀ ਧਾਰਨਾ। ਜਿੰਨੇ ਵੀ ਅਸੀਂ ਟੌਪਿਕ ਕਰ ਰਹੇ ਹਾਂ ਲਾ, ਲਿਬਰਟੀ, ਜਸਟਿਸ ਜਾਂ ਹੋਰ ਵੀ, ਉਹਨਾਂ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਸਭ ਤੋਂ ਪਹਿਲਾਂ ਉਹਨਾਂ ਦੇ ਅਰਥ ਪੁੱਛੇ ਜਾ ਸਕਦੇ ਕਿ ਇਹ ਕਿਹੜੀ ਭਾਸ਼ਾ ਦੇ ਵਿੱਚੋਂ ਲਿਆ ਗਿਆ। ਸੋ ਜ਼ਿਆਦਾਤਰ ਜਿਹੜੇ ਸ਼ਬਦ ਆ ਸਾਡੇ ਪੋਲੀਟਿਕਸ ਦੇ ਵਿੱਚ ਜਾਂ ਹੋਰ ਉਹ ਲੈਟਿਨ ਵਰਡ ਹੁੰਦੇ ਆ, ਲਤੀਨੀ ਭਾਸ਼ਾ ਦੇ ਵਿੱਚੋਂ ਲਏ ਗਏ। ਜਿਸ ਦਾ ਲਿਬਰਟੀ ਦੇ ਦੇਖੀਏ ਤਾਂ ਇੰਗਲਿਸ਼ ਦੇ ਵਿੱਚ ਇਹਨੂੰ ਲਿਬਰਟੀ ਕਿਹਾ ਜਾਂਦਾ, ਪੰਜਾਬੀ ਸੁਤੰਤਰਤਾ। ਲਤੀਨੀ ਭਾਸ਼ਾ ਦੇ ਲਿਬਰ ਤੋਂ ਬਣਿਆ ਜੀ ਸੁਤੰਤਰ, ਜਿਹਦਾ ਮਤਲਬ ਸੁਤੰਤਰ, ਲਿਬਰ ਤੋਂ ਨੋਟ ਕਰ ਲਓ। ਲੈਟਿਨ ਦਾ ਜੀ ਲਿਬਰ ਸ਼ਬਦ ਹੈ। ਸੋ ਕਿਹੜੀ ਭਾਸ਼ਾ ਤੋਂ ਇਹ ਸ਼ਬਦ ਲਏ ਗਏ? ਕੁਛ ਫਾਰਸੀ ਤੋਂ ਲਿਆ ਜਾਂਦਾ, ਕੋਈ ਉਰਦੂ ਤੋਂ, ਜਾਂ ਲਤੀਨੀ ਭਾਸ਼ਾ ਤੋਂ। ਜ਼ਿਆਦਾਤਰ ਸਾਡੇ ਜਿਹੜੇ ਇੰਗਲਿਸ਼ ਦੇ ਸ਼ਬਦ ਜਿਹੜੇ ਉਹ ਲਤੀਨੀ ਭਾਸ਼ਾ ਤੋਂ ਲਏ ਗਏ ਆ। ਸੋ ਇਹਦੀ ਡੈਫੀਨੇਸ਼ਨ ਪੜ੍ਹਦੇ ਹਾਂ ਜੀ। ਨੈਗੇਟਿਵ ਪੱਖ ਦੇਖਦੇ ਹਾਂ ਪਹਿਲਾਂ। ਨੈਗੇਟਿਵ ਪੱਖ ਦਾ ਮਤਲਬ ਹੁੰਦਾ ਕਿ ਜਿਵੇਂ ਸਾਨੂੰ ਸੁਤੰਤਰਤਾ ਲੈ ਲਓ ਜੀ, ਸਾਨੂੰ ਸੁਤੰਤਰ ਹਾਂ ਅਸੀਂ ਕਿਤੇ ਜਾਣ ਆਉਣ ਲਈ, ਕੁਛ ਬੋਲਣ ਲਈ ਸੁਤੰਤਰ ਹਾਂ ਜੀ, ਅਸੀਂ ਵਿਚਾਰਾਂ ਦੀ ਸੁਤੰਤਰਤਾ। ਪਰ ਉਹਦੇ ਨਾਲ ਕੁਛ ਸਾਨੂੰ ਕੁਝ ਇਹੋ ਜਿਹੀਆਂ ਰੈਸਟ੍ਰਿਕਸ਼ਨਸ ਵੀ ਹੁੰਦੀਆਂ, ਰੋਕਾਂ ਹੁੰਦੀਆਂ, ਜਿਹਦੇ ਕਰਕੇ ਸਾਨੂੰ ਕੁਛ ਤਾਂ ਉਹਦੇ 'ਚ ਸੁਤੰਤਰਤਾ ਮਿਲਦੀ ਹੈ, ਕੁਛ ਉਹਦੇ 'ਚ ਅਸੀਂ ਕਿਸੇ ਚੀਜ਼ਾਂ ਦੇ ਵਿੱਚ ਬੰਨ੍ਹੇ ਜਾਂਦੇ ਹਾਂ। ਸੋ ਜੇ ਸਾਨੂੰ ਜਾਣ ਆਉਣ ਦੀ ਆਜ਼ਾਦੀ ਤਾਂ ਉਹਦੇ 'ਚ ਕੋਈ ਨਾ ਕੋਈ ਬੰਧਨ ਵੀ ਹੋਊਗਾ। ਸੋ ਮੈਕਨੀ ਦੇ ਅਨੁਸਾਰ ਜਿਹੜੇ ਨੈਗੇਟਿਵ ਪੱਖ ਦੀਆਂ ਡੈਫੀਨੇਸ਼ਨ ਦੇਖਦੇ ਹਾਂ, ਜਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਉਹਨਾਂ 'ਚ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਨੈਗੇਟਿਵਿਟੀ ਵੀ ਸ਼ੋਅ ਕਰਤੀ। ਸੁਤੰਤਰਤਾ ਸਭ ਤਰ੍ਹਾਂ ਦੀਆਂ ਬੰਦਿਸ਼ਾਂ ਦੀ ਅਣਹੋਂਦ ਨਹੀਂ, ਸਗੋਂ ਅਣਉਚਿਤ ਬੰਦਿਸ਼ਾਂ ਦੀ ਥਾਂ ਉਚਿਤ ਬੰਦਿਸ਼ਾਂ ਦੀ ਵਿਵਸਥਾ ਹੈ। ਮਤਲਬ ਉਹਨਾਂ ਨੇ ਕਿਹਾ ਉਚਿਤ ਬੰਦਿਸ਼ ਇੱਕ ਨੈਗੇਟਿਵ ਸ਼ਬਦ ਹੈ। ਉਹਨਾਂ ਨੇ ਕਿਹਾ ਵੀ ਸੁਤੰਤਰਤਾ ਹੈਗੀ ਪਰ ਉਹਦੇ ਵਿੱਚ ਕੁਛ ਨਾ ਕੁਛ ਤੁਹਾਨੂੰ ਬੰਦਿਸ਼ਾਂ ਵੀ ਲੱਗਦੀਆਂ। ਸੋ ਜੇ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਅਣਉਚਿਤ ਬੰਦਿਸ਼ਾਂ ਦੀ ਸੁਤੰਤਰਤਾ ਕਿਸ ਨੇ ਕਿਹਾ, ਤਾਂ ਉਹ ਤੁਹਾਡਾ ਆਨਸਰ ਹੋਊਗਾ ਜੀ ਮੈਕਨੀ। ਲਿਬਰਟੀ ਕੈਨ ਨਾਟ ਬੀ ਪ੍ਰੀਜ਼ਰਵਡ ਵਿਦਾਊਟ ਅ ਜਨਰਲ ਨੌਲੇਜ ਅਮੰਗ ਦਾ ਪੀਪਲ। ਜੌਨ ਐਡਮਸ ਦੇ ਅਨੁਸਾਰ ਜਿਹੜੀ ਸੁਤੰਤਰਤਾ ਹੈ, ਲੋਕਾਂ ਦੇ ਇਹਦੇ ਵਿੱਚ ਜਾਣਕਾਰੀ ਤੋਂ ਬਿਨਾਂ ਲੋਕ ਸੁਤੰਤਰਤਾ ਦਾ ਆਨੰਦ ਨਹੀਂ ਮਾਣ ਸਕਦੇ। ਅੱਗੇ ਦੇਖਦੇ ਹਾਂ ਜੀ ਪੋਜ਼ੀਟਿਵ ਪੱਖ। ਉਹ ਪਰਿਭਾਸ਼ਾਵਾਂ ਜਿਹੜੀਆਂ ਕਿ ਰਾਈਟਰਾਂ ਨੇ ਪਰਿਭਾਸ਼ਾ ਦਿੱਤੀਆਂ ਉਹਨਾਂ ਨੇ ਪੋਜ਼ੀਟਿਵਿਟੀ ਦੇ ਤੌਰ 'ਤੇ ਇਹਨੂੰ ਜਿਹੜੇ ਸ਼ੋਅ ਕੀਤੇ ਆ। GDH ਕੌਲ ਦੇ ਅਨੁਸਾਰ ਬਿਨਾਂ ਕਿਸੇ ਬਾਹਰੀ ਕੰਟਰੋਲ ਦੇ ਆਪਣੀ ਸ਼ਖਸੀਅਤ ਨੂੰ ਪ੍ਰਗਟ ਕਰਨ ਦਾ ਨਾਮ ਸੁਤੰਤਰਤਾ ਹੈ। ਠੀਕ ਹੈ ਜੀ, ਇਹਨਾਂ ਦੇ ਵਿੱਚ ਟੋਟਲੀ ਇਹਨਾਂ ਨੇ ਪੋਜ਼ੀਟਿਵਿਟੀ ਦਿਖਾਈ ਹੈ। CD ਬਰਨਸ ਅਨੁਸਾਰ ਸੁਤੰਤਰਤਾ ਸੁਭਾਵਿਕ ਯੋਗਤਾ ਅਤੇ ਸ਼ਖਸੀਅਤ ਦਾ ਪੂਰਨ ਵਿਕਾਸ ਕਰਨਾ ਹੈ। ਸੋ ਇਹਨਾਂ ਨੇ ਇੱਥੇ ਬੰਦਿਸ਼ਾਂ ਦੀ ਗੱਲ ਨਹੀਂ ਕੀਤੀ। ਪੇਪਰ ਦੇ ਵਿੱਚ ਆ ਜਾਂਦਾ ਜੀ ਬਾਹਰੀ ਕੰਟਰੋਲ ਦੇ ਬਿਨਾਂ ਕਿਸੇ ਬਾਹਰੀ ਕੰਟਰੋਲ ਤੋਂ ਸ਼ਖਸੀਅਤ ਨੂੰ ਉਸਾਰਨਾ। ਸੁਤੰਤਰਤਾ ਇਹ ਸ਼ਬਦ ਕਿਸ ਦੇ ਹਨ, ਤਾਂ GHD ਕੌਲ। ਸੋ ਇਸ ਤਰ੍ਹਾਂ ਦੀਆਂ ਡੈਫੀਨੇਸ਼ਨਸ ਹੈ ਜੇ ਯਾਦ ਕਰ ਲਿਓ ਜੀ। ਸੁਤੰਤਰਤਾ ਦੇ ਫੀਚਰਸ ਦੇਖਦੇ ਹਾਂ, ਕੀ ਵਿਸ਼ੇਸ਼ਤਾਵਾਂ, ਸੁਤੰਤਰਤਾ ਕੀ ਹੁੰਦੀ ਹੈ। ਸੁਤੰਤਰਤਾ ਕਦੇ ਵੀ ਨਿਰੰਕੁਸ਼ ਅਤੇ ਅਸੀਮਤ ਨਹੀਂ ਹੋ ਸਕਦੀ। ਸਹੀ ਗੱਲ ਹੈ ਜੀ, ਬਿਲਕੁਲ। ਸੁਤੰਤਰਤਾ ਕਦੇ ਵੀ ਅਸੀਮਤ ਨਹੀਂ ਹੁੰਦੀ। ਜੇ ਆਪਾਂ ਜੰਗਲ ਦੇ ਵਿੱਚ ਵੀ ਚਲੇ ਜਾਈਏ, ਜੰਗਲ ਦੇ ਵਿੱਚ ਜਾਨਵਰ ਰਹਿੰਦੇ ਆ, ਉਹ ਸੁਤੰਤਰ ਆ ਉੱਥੇ, ਪਰ ਉਹਨਾਂ ਦੀ ਇੱਕ ਸੀਮਾ ਹੈ ਜੰਗਲ, ਉਹਨਾਂ ਦੀ ਲਿਮਿਟਸ ਹੈ। ਆਪਾਂ ਕਹੀਏ ਉੱਥੇ ਆਜ਼ਾਦ ਹੈ ਤਾਂ ਉਹ ਜੰਗਲ ਤੋਂ ਬਾਹਰ ਨਹੀਂ ਆ ਸਕਦੇ, ਜੇ ਬਾਹਰ ਆਉਂਦੇ ਤਾਂ ਉਹਨੂੰ ਫੜ ਲਿਆ ਜਾਂਦਾ ਹੈ। ਸੋ ਸੁਤੰਤਰਤਾ ਕਦੇ ਵੀ ਅਸੀਮਤ ਨਹੀਂ ਹੋ ਸਕਦੀ। ਸੁਤੰਤਰਤਾ ਪ੍ਰਤੀਬੰਧਾਂ ਦੀ ਅਣਹੋਂਦ ਨਹੀਂ ਹੈ। ਸੁਤੰਤਰਤਾ ਵਿੱਚ ਵੀ ਕੁਛ ਨਾ ਕੁਛ ਪ੍ਰਤੀਬੰਧ ਹੁੰਦੇ ਹਨ, ਕੁਛ ਕੁਦਰਤੀ ਪ੍ਰਤੀਬੰਧ ਹੁੰਦੇ ਹਨ। ਸੁਤੰਤਰਤਾ ਦਾ ਸੁਭਾਅ ਸਰਵ ਵਿਆਪਕ ਹੁੰਦਾ ਹੈ। ਸੁਤੰਤਰਤਾ ਕੇਵਲ ਰਾਜ ਵਿੱਚ ਹੀ ਸੰਭਵ ਹੈ। ਸੁਤੰਤਰਤਾ ਅਧਿਕਾਰਾਂ ਵਿੱਚੋਂ ਉਪਜਦੀ ਹੈ। ਕਾਨੂੰਨ ਸੁਤੰਤਰਤਾ ਦੀ ਜ਼ਰੂਰੀ ਸ਼ਰਤ ਹੈ। ਬਿਲਕੁਲ ਜੀ, ਜੇ ਅਸੀਂ ਆਜ਼ਾਦ ਰਹਿਣਾ, ਜੇ ਸਾਨੂੰ ਕੋਈ ਕਿਤੇ ਆਉਣ ਜਾਣ ਤੋਂ ਰੋਕਦਾ, ਧਰਮ ਮੰਨਣ ਤੋਂ ਰੋਕਦਾ, ਤਾਂ ਅਸੀਂ ਕੋਰਟ ਦਾ ਦਰਵਾਜ਼ਾ ਖੜਕਾ ਸਕਦੇ ਹਾਂ। ਸੋ ਜਦੋਂ ਲੋਕਤੰਤਰ ਨਹੀਂ ਸੀ, ਕੋਰਟ ਨਹੀਂ ਸੀ ਪੁਰਾਣੇ ਜ਼ਮਾਨੇ ਦੇ ਵਿੱਚ, ਜਦੋਂ ਮਤਲਬ ਇੰਡੀਆ ਦੇ ਵਿੱਚ ਮੁਸਲਿਮ ਰਾਜ ਸੀ, ਤਾਂ ਉਦੋਂ ਜਿਹੜਾ ਜ਼ਬਰਦਸਤੀ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਧਰਮ ਪਰਿਵਰਤਨ ਕਰਾਇਆ ਜਾਂਦਾ ਸੀ। ਸੋ ਜਦੋਂ ਕਾਨੂੰਨ ਦੀ ਵਿਵਸਥਾ ਹੈ ਤਾਂ ਤੁਸੀਂ ਸੁਤੰਤਰਤਾ ਦਾ ਆਨੰਦ ਮਾਣ ਰਹੇ ਹੋ। ਸੋ ਇਹਨਾਂ ਦੇ ਜਿਹੜੇ ਇਹ ਪੁਆਇੰਟਸ ਹੈ ਜ਼ਰੂਰ ਤੁਸੀਂ ਯਾਦ ਕਰਨੇ ਜੀ ਸਾਰੇ। ਇਹ ਦੇਖਣ ਨੂੰ ਬਹੁਤ ਸਿੰਪਲ ਲੱਗਦੇ, ਪਰ ਪੇਪਰ ਦੇ ਵਿੱਚ ਆ ਇੱਕ ਦੋ ਲਾਈਨਾਂ ਇਹਨਾਂ 'ਚ ਪਾ ਦਿੱਤੀਆਂ ਜਾਣਗੀਆਂ ਤਾਂ ਬੰਦਾ ਕਨਫਿਊਜ਼ ਹੋ ਜਾਂਦਾ। ਸੁਤੰਤਰਤਾ ਦੇ ਰੂਪ, ਕਿਸਮਾਂ ਬਾਰੇ ਪੜ੍ਹਦੇ ਹਾਂ ਜੀ। ਟਾਈਪਸ, ਸੁਤੰਤਰਤਾ ਕਿਸ ਤਰ੍ਹਾਂ ਦੀ ਹੁੰਦੀ ਹੈ। ਰਾਜਨੀਤਿਕ ਸੁਤੰਤਰਤਾ, ਤੁਸੀਂ ਕੋਈ ਵੀ ਪਾਰਟੀ ਜੁਆਇਨ ਕਰੋ, ਕਿਤੇ ਵੀ ਇਲੈਕਸ਼ਨ ਲੜੋ। ਆਰਥਿਕ ਸੁਤੰਤਰਤਾ,
ਤੁਸੀਂ ਪੈਸਾ ਕਮਾ ਸਕਦੇ ਹੋ, ਟੈਕਸ ਭਰੀ ਜਾਓ, ਜਿੰਨੇ ਮਰਜ਼ੀ ਪੈਸੇ ਕਮਾ ਸਕਦੇ ਹੋ। ਧਾਰਮਿਕ ਸੁਤੰਤਰਤਾ, ਤੁਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹੋ। ਰਾਸ਼ਟਰੀ ਸੁਤੰਤਰਤਾ, ਤੁਹਾਨੂੰ ਰਾਸ਼ਟਰ ਦੇ ਵਿੱਚ ਕਿਤੇ ਵੀ ਰਹਿਣ ਆਉਣ ਜਾਣ ਦੀ ਸੁਤੰਤਰਤਾ ਹੈ ਜੀ। ਕੁਦਰਤੀ ਸੁਤੰਤਰਤਾ, ਰਾਜ ਦੀ ਹੋਂਦ ਦੇ ਆਉਣ ਤੋਂ ਪਹਿਲਾਂ ਦੀ ਸੁਤੰਤਰਤਾ ਹੁੰਦੀ ਸੀ ਕੁਦਰਤੀ ਸੁਤੰਤਰਤਾ। ਜਿਵੇਂ ਕਿ ਅਸੀਂ ਪਿੱਛੇ ਮਾਰਕਸਿਜ਼ਮ ਪੜ੍ਹਿਆ ਜਾਂ ਲਿਬਰਲਿਜ਼ਮ ਦੇ ਵਿੱਚ ਕਿਹਾ ਜਾਂਦਾ ਹੈ ਕਿ ਵੀ ਪਹਿਲਾਂ ਵਿਅਕਤੀ ਜਿਹੜੀ ਰਾਜ ਦੀ ਇੱਕ ਜ਼ਰੂਰੀ ਬੁਰਾਈ ਜਿਹਦੇ 'ਚ ਕਿਹਾ ਗਿਆ। ਸੋ ਉਹਦਿਆਂ ਦੇ ਅਨੁਸਾਰ ਜਿਹੜੀ ਅਧਿਕਾਰ ਜਿਹੜੇ ਕੁਦਰਤੀ ਪ੍ਰਾਪਤ ਹੁੰਦੇ ਹਨ। ਸੋ ਕੁਦਰਤੀ ਸੁਤੰਤਰਤਾ ਉਦੋਂ ਸੀ ਜਦੋਂ ਕਾਨੂੰਨ ਦੀ ਵਿਵਸਥਾ ਨਹੀਂ ਸੀ। ਨੈਤਿਕ ਸੁਤੰਤਰਤਾ, ਥੋਪੇ ਗਏ ਨੈਤਿਕ ਮੁੱਲਾਂ ਤੋਂ ਸੁਤੰਤਰ। ਵਿਅਕਤੀਗਤ ਸੁਤੰਤਰਤਾ, ਨਿੱਜੀ ਸੁਤੰਤਰਤਾ, ਨਾਗਰਿਕ ਸੁਤੰਤਰਤਾ ਦੇ ਵਿੱਚ ਆ ਇਹਨਾਂ ਦੇ ਵਿਚਾਰਾਂ ਦੀ ਬੋਲਣ ਦੀ ਸੁਤੰਤਰਤਾ। ਸੋ ਇਹਨਾਂ ਦੇ ਅੱਗੇ ਡਿਟੇਲ ਦੇ ਵਿੱਚ ਇਸੇ ਟੌਪਿਕ ਦੇ ਵਿੱਚ ਮੈਂ ਦਿੱਤਾ ਹੈ ਜੀ, ਡਿਟੇਲ 'ਚ ਵੀ ਪੜ੍ਹਾਂਗੇ ਇਹਨਾਂ ਬਾਰੇ। ਇਹ ਜਿਹੜੀ ਕਿਸਮ ਹੈ ਜ਼ਰੂਰ ਯਾਦ ਕਰ ਲਓ ਕਿਸ ਤਰ੍ਹਾਂ ਦੀ ਸੁਤੰਤਰਤਾ ਹੁੰਦੀ ਹੈ। ਸੁਤੰਤਰਤਾ ਦੀ ਧਾਰਨਾ, ਸੁਤੰਤਰਤਾ ਦੇ ਰੱਖਿਆ ਪ੍ਰਬੰਧ, ਸੇਫਗਾਰਡਸ ਆਫ ਲਿਬਰਟੀ। ਸਦੀਵੀ ਸੁਚੇਤਤਾ, ਠੀਕ ਹੈ ਜੀ। ਜੇ ਤੁਸੀਂ ਸੁਤੰਤਰਤਾ ਨੂੰ ਬਹੁਤ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣਾ ਹੈ ਤਾਂ ਉਹਦੇ ਵਿੱਚ ਤੁਹਾਨੂੰ ਕੀ ਧਿਆਨ ਦੇਣੇ ਪੈਣਗੇ, ਕੀ ਚੀਜ਼ਾਂ ਦੀ ਹੋਂਦ ਉਹਦੇ ਵਿੱਚ ਜ਼ਰੂਰੀ ਹੈ। ਲੋਕਤੰਤਰੀ ਸਰਕਾਰ ਹੋਣੀ ਚਾਹੀਦੀ ਹੈ। ਮੌਲਿਕ ਅਧਿਕਾਰ ਹੋਣੇ ਚਾਹੀਦੇ ਹੈ। ਸ਼ਕਤੀਆਂ ਦੀ ਅਲੀਦਗੀ ਹੋਣੀ ਚਾਹੀਦੀ ਹੈ। ਕਿਸੇ ਇੱਕ ਬੰਦੇ ਦੇ ਹੱਥ 'ਚ ਜੇ ਪਾਵਰਾਂ ਹੋਣਗੀਆਂ ਤਾਂ ਤੁਹਾਡੀ ਸੁਤੰਤਰਤਾ ਖਤਰੇ 'ਚ ਪੈ ਸਕਦੀ ਹੈ। ਨਿਆਂਪਾਲਕਾਂ ਦੀ ਸੁਤੰਤਰਤਾ, ਜੇ ਨਿਆਂ ਕਰਨਾ, ਜਸਟਿਸ ਕਰਨਾ, ਕੋਰਟ ਹੈ ਜੋ ਉਹ ਸੁਤੰਤਰ ਹੋਣੀ ਚਾਹੀਦੀ ਹੈ। ਜੇ ਕੋਰਟ ਕਿਸੇ ਵਿਅਕਤੀ ਦੇ ਅੰਡਰ ਆਊਗੀ, ਕਿਸੇ ਸਰਕਾਰ ਦੇ ਅੰਡਰ ਹੋਊਗੀ ਤਾਂ ਤੁਹਾਨੂੰ ਨਿਆਂ ਨਹੀਂ ਮਿਲੂਗਾ। ਕਾਨੂੰਨ ਦਾ ਸ਼ਾਸਨ ਹੋਣਾ ਚਾਹੀਦਾ ਜੀ। ਅੱਜ ਜੇ ਕਾਨੂੰਨ ਹੈ, ਥਾਣੇ ਕਚਹਿਰੀਆਂ, ਤਾਂ ਲੋਕਾਂ ਨੂੰ ਡਰ ਹੈ, ਨਹੀਂ ਤਾਂ ਇੱਕ ਦੂਜੇ ਨੂੰ ਵੈਸੇ ਹੀ ਮਾਰ ਦੇਣ। ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੋਣੀ ਚਾਹੀਦੀ ਹੈ। ਕਿਸੇ ਵੀ ਜਾਤੀ, ਧਰਮ ਦੇ ਆਧਾਰ 'ਤੇ ਕੋਈ ਅਲੱਗ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਨਹੀਂ ਹੋਣੇ ਚਾਹੀਦੇ। ਅਧਿਕਾਰ ਸਭ ਦੇ ਸੇਮ ਹੋਣੇ ਚਾਹੀਦੇ ਹੈ। ਸੁਵਿਧਾਵਾਂ ਜਿਹੜੀਆਂ ਅਲੱਗ-ਅਲੱਗ ਹੋ ਸਕਦੀਆਂ। ਅੱਗੇ ਜੀ ਸੁਤੰਤਰਤਾ ਦੀ ਧਾਰਨਾ, ਸੁਤੰਤਰਤਾ ਦੀ ਰੱਖਿਆ ਪ੍ਰਬੰਧ, ਸੇਫਗਾਰਡਸ, ਉਹੀ ਪੁਆਇੰਟ ਚੱਲ ਰਿਹਾ ਜੀ। ਆਰਥਿਕ ਸੁਰੱਖਿਆ, ਠੀਕ ਹੈ ਜੀ। ਸੁਤੰਤਰਤਾ, ਨਿਰਪੱਖ ਪ੍ਰੈਸ ਹੋਣੀ ਚਾਹੀਦੀ ਹੈ ਜੀ। ਸੰਗਠਿਤ ਰਾਜਨੀਤਿਕ ਦਲ ਹੋਣੇ ਚਾਹੀਦੇ। ਰਾਜਨੀਤਿਕ ਸਿੱਖਿਆ ਹੋਣੀ ਚਾਹੀਦੀ। ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਵੀ ਖੜ੍ਹੇ ਹੋ ਸਕਦੇ ਹਾਂ, ਇਲੈਕਸ਼ਨ ਲੜ ਸਕਦੇ ਹਾਂ, ਅਸੀਂ ਨੇਤਾ ਕਿਵੇਂ ਚੁਣਨਾ ਹੈ, ਵੋਟ ਕਿਵੇਂ ਪਾਉਣੀ ਹੈ। ਸੰਵਿਧਾਨ ਸਾਡਾ ਲਿਖਤੀ, ਉਹਦੇ 'ਚ ਕੋਈ ਡਾਊਟ ਨਹੀਂ, ਅਸੀਂ ਕਿਤੋਂ ਵੀ ਪੜ੍ਹ ਸਕਦੇ ਹਾਂ। ਜੇ ਕਿਤੇ ਵੀ ਕੋਈ ਪ੍ਰੋਬਲਮ ਹੈ ਕਿਸੇ ਨੂੰ ਤਾਂ ਅਸੀਂ ਕੇਸ ਲੜ ਸਕਦੇ ਹਾਂ। ਸੁਤੰਤਰਤਾ ਲਈ ਲਗਨ, ਤੁਹਾਡੀ ਇੱਛਾ ਹੋਣੀ ਚਾਹੀਦੀ ਕਿ ਮੈਂ ਸੁਤੰਤਰ ਰਹਿਣਾ ਹੈ, ਫਿਰ ਹੀ ਸੁਤੰਤਰਤਾ ਤੁਸੀਂ ਰੱਖਿਆ ਕਰ ਸਕਦੇ ਹੋ। ਸੋ ਇਹ ਪਿਛਲਾ ਪੇਜ ਅਤੇ ਇਹ ਪੇਜ, ਇਹ ਦੋਵੇਂ ਦੇ ਵਿੱਚ ਸੁਰੱਖਿਆ ਦੇ ਸੇਫਗਾਰਡ, ਸੁਤੰਤਰਤਾ ਦੇ ਜਿਹੜੇ ਸੇਫਗਾਰਡ ਦੱਸੇ ਗਏ ਕਿ ਸੁਤੰਤਰਤਾ ਕਿਸ ਤਰ੍ਹਾਂ ਰੱਖਿਆ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਸੇਫ ਰਹਿ ਸਕਦੀ ਹੈ। ਕਿਸ ਨੇ ਕਿਹਾ ਕਿ ਸੁਤੰਤਰਤਾ ਦੇ ਅਤੀ ਸ਼ਾਸਨ ਦਾ ਉਲਟਾ ਰੂਪ ਹੈ? ਪ੍ਰੋਫੈਸਰ ਸੀਲੇ। ਪ੍ਰੋਫੈਸਰ ਸੀਲੇ ਦੀ ਡੈਫੀਨੇਸ਼ਨ ਹੈ ਜੀ, ਸੁਤੰਤਰਤਾ ਅੱਤ ਦੇ ਸ਼ਾਸਨ ਦਾ ਉਲਟਾ ਰੂਪ ਹੈ। ਜੇ ਮਨੁੱਖ ਕੋਲ ਵੋਟ ਦੇਣ 'ਤੇ ਚੋਣ ਲੜਨ ਦਾ ਅਧਿਕਾਰ ਤਾਂ ਉਸ ਕੋਲ ਕਿਹੜੀ ਸੁਤੰਤਰਤਾ ਹੈ? ਰਾਜਨੀਤਿਕ ਸੁਤੰਤਰਤਾ। ਸੋ ਇਹ ਪੁਆਇੰਟ ਹੈ ਜਿਹੜੇ ਯਾਦ ਕਰ ਲਿਓ ਜੀ। ਉਸ ਤੋਂ ਬਾਅਦ ਜਿਹੜੇ ਮੈਂ ਹੁਣ ਤੁਹਾਨੂੰ ਦੱਸਦਾ ਜੀ, ਜਿਹੜੀਆਂ ਅਸੀਂ ਸੁਤੰਤਰਤਾ ਦੀਆਂ ਕਿਸਮਾਂ ਪੜ੍ਹੀਆਂ ਉਹਦੇ ਵਿੱਚ ਕੁਛ ਇੰਪੋਰਟੈਂਟ ਜਿਹੜੀਆਂ ਅਸੀਂ ਇੱਥੇ ਪੜ੍ਹਾਂਗੇ। ਆਰਥਿਕ ਸੁਤੰਤਰਤਾ। ਆਰਥਿਕ ਸੁਤੰਤਰਤਾ ਤੋਂ ਅਰਥ ਵਿਅਕਤੀ ਦੀ ਉਪਜੀਵਿਕਾ ਕਮਾਉਣ ਲਈ ਉਚਿਤ ਮੌਕੇ ਪ੍ਰਦਾਨ ਕਰਨਾ ਹੈ। ਇਸ ਲਈ ਵਿਅਕਤੀ ਦਾ ਕੰਮ ਦਾ ਅਧਿਕਾਰ, ਮਜ਼ਦੂਰੀ ਕਰਨ ਦਾ ਅਧਿਕਾਰ ਹੋਣੇ ਚਾਹੀਦੇ ਹਨ। ਜਿਵੇਂ ਕਿ ਅਸੀਂ ਪੜ੍ਹਦੇ ਹਾਂ ਕਿ DC ਰੇਟ, ਮਿਨੀਮਮ ਵੇਜਿਸ। ਸੋ ਆਰਥਿਕ ਸੁਤੰਤਰਤਾ ਹੈ, ਤੁਸੀਂ ਕਿਤੇ ਵੀ ਕੰਮ ਕਰ ਸਕਦੇ ਹੋ, ਉਪਜੀਵਿਕਾ ਕਮਾਉਣ ਦੀ ਤੁਹਾਨੂੰ ਆਜ਼ਾਦੀ ਹੈ। ਅਤੇ ਤੁਸੀਂ ਘੱਟ ਤੋਂ ਘੱਟ ਕਿੰਨੇ ਪੈਸੇ ਲੈਣੇ ਉਹ ਵੀ ਤੁਹਾਨੂੰ ਆਜ਼ਾਦੀ ਹੈ। ਕੋਈ ਤੁਹਾਨੂੰ ਬਾਊਂਡ ਨਹੀਂ, ਤੁਸੀਂ ਵੀ ਤੁਹਾਨੂੰ ਇੰਨੇ ਪੈਸੇ 'ਤੇ ਕੰਮ ਕਰਨਾ ਹੀ ਪਊਗਾ। ਰਾਸ਼ਟਰੀ ਸੁਤੰਤਰਤਾ ਅਗਲਾ ਪੁਆਇੰਟ ਹੈ ਜੀ। ਰਾਸ਼ਟਰੀ ਸੁਤੰਤਰਤਾ ਹੈ ਰਾਸ਼ਟਰ ਦਾ ਹਰ ਪ੍ਰਕਾਰ ਦੇ ਅੰਦਰੂਨੀ ਅਤੇ ਬਾਹਰੀ ਕੰਟਰੋਲ ਤੋਂ ਮੁਕਤ ਹੋਣਾ। ਭਾਰਤ ਦੁਆਰਾ 15 ਅਗਸਤ 1947 ਨੂੰ ਰਾਸ਼ਟਰੀ ਸੁਤੰਤਰਤਾ ਪ੍ਰਾਪਤ ਕਰ ਲਈ ਗਈ। ਅਸੀਂ ਰਾਸ਼ਟਰੀ ਤੌਰ 'ਤੇ ਵੀ ਸੁਤੰਤਰ ਹਾਂ। ਸਾਡਾ ਠੀਕ ਹੈ, ਸਾਨੂੰ ਬੋਲਣ ਦੀ ਆਜ਼ਾਦੀ, ਧਰਮ ਦੀ ਆਜ਼ਾਦੀ ਹੈ, ਤਾਂ ਦੇਸ਼ ਹੀ ਸਾਡਾ ਆਜ਼ਾਦ ਹੈ, ਅਸੀਂ ਕਿਤੇ ਗੁਲਾਮ ਨਹੀਂ ਹਾਂ। ਨਾਗਰਿਕ ਸੁਤੰਤਰਤਾ ਤੋਂ ਕੀ ਭਾਵ ਹੈ? ਸਮਾਜ ਦਾ ਮੈਂਬਰ ਹੋਣ ਨਾਤੇ ਨਾਗਰਿਕ ਜਿਹੜੀ ਸੁਤੰਤਰਤਾ ਪ੍ਰਾਪਤ ਹੁੰਦੀ ਉਸ ਨੂੰ ਨਾਗਰਿਕ ਸੁਤੰਤਰਤਾ ਦਾ ਨਾਂ ਦਿੱਤਾ ਜਾਂਦਾ ਹੈ। ਇਹ ਸੁਤੰਤਰਤਾ ਸਮਾਜ ਵਿੱਚ ਮਾਣੀ ਜਾਂਦੀ ਅਤੇ ਰਾਜ ਵਿੱਚ ਰਾਖੀ ਕਰਦਾ ਹੈ। ਤੁਸੀਂ ਸਮਾਜ 'ਚ ਵਿਚਰ ਸਕਦੇ ਹੋ, ਕਿਸੇ ਕੋਲ ਜਾ ਸਕਦੇ ਹੋ, ਆ ਸਕਦੇ ਹੋ, ਕਿਤੇ ਪਾਰਕ 'ਚ ਬੈਠ ਸਕਦੇ ਹੋ, ਸੜਕ 'ਤੇ ਤੁਰ ਸਕਦੇ ਹੋ, ਤਾਂ ਇਹ ਨਾਗਰਿਕ ਸੁਤੰਤਰਤਾ ਹੈ। ਵਿਅਕਤੀਗਤ ਸੁਤੰਤਰਤਾ ਤੋਂ ਭਾਵ ਹੈ ਅਜਿਹੇ ਕਾਰਜ ਕਰਨ ਦੀ ਸੁਤੰਤਰਤਾ ਹੈ ਜਿਹੜੇ ਕਿ ਕੇਵਲ ਉਸਦੇ ਆਪਣੇ ਨਾਲ ਸੰਬੰਧਿਤ ਹਨ ਅਤੇ ਉਹਨਾਂ ਦੂਸਰਿਆਂ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। ਉਹਨੂੰ ਵਿਅਕਤੀ ਤੁਹਾਡੇ ਨਿੱਜੀ ਕੰਮ ਕਾਰ ਹੈ ਜਿਹੜੇ ਉਹ ਕਰ ਸਕਦੇ ਹੋ। ਸੁਤੰਤਰਤਾ ਦੀ ਸੁਰੱਖਿਆ ਦਾ ਕੋਈ 2 ਸੁਝਾਅ ਦੱਸਿਓ। ਸੁਤੰਤਰਤਾ ਕਿਵੇਂ ਸੁਰੱਖਿਆ? ਜਿਵੇਂ ਕਿ ਅਸੀਂ ਹੁਣੇ ਹੀ ਪੜ੍ਹਿਆ, ਸੇਫਗਾਰਡਸ, ਨਿਆਂਪਾਲਿਕਾ ਸੁਤੰਤਰ ਹੋਣੀ ਚਾਹੀਦੀ, ਸੰਵਿਧਾਨ ਵਿੱਚ ਸੋਧ ਕਰਨ ਦਾ ਤਰੀਕਾ ਜਿਹੜਾ ਸੌਖਾ ਹੋਣਾ ਚਾਹੀਦਾ ਹੈ। ਅੱਗੇ ਪੁਆਇੰਟ ਸੀ, ਲੋਕਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਜੀ, ਪੁਲਿਸ ਹੋਣੀ ਚਾਹੀਦੀ ਹੈ, ਜਿਹੜਾ ਲੋਕਤੰਤਰ ਹੋਣਾ, ਸਰਕਾਰ ਦਾ ਦਖਲ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਦੇ ਪੁਆਇੰਟਸ ਜੀ ਪਿੱਛੇ ਪੜ੍ਹੇ, ਤੁਸੀਂ ਪੜ੍ਹ ਸਕਦੇ ਹੋ ਕਿ ਸੁਤੰਤਰਤਾ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾ ਸਕਦਾ ਹੈ।
ਮਨੁੱਖ ਸੁਤੰਤਰ ਪੈਦਾ ਹੋਇਆ ਪਰੰਤੂ ਹਰ ਥਾਂ ਬੰਧਨਾਂ ਵਿੱਚ ਬੰਨਿਆ ਹੋਇਆ। ਦ ਰੂਸੋ। ਰੂਸੋ ਇਹ ਸ਼ਬਦ ਕਿਸ ਨੇ ਕਹੇ? ਰੂਸੋ ਨੇ ਕਹੇ। ਸੋ ਇਹ ਚੀਜ਼ਾਂ ਤੁਸੀਂ ਨਾਲ ਨਾਲ ਪੜ੍ਹਦੇ ਜਾਓ ਜੀ। ਸੁਤੰਤਰਤਾ ਦੀ ਰੱਖਿਆ ਕਰਨ ਲਈ ਕੋਈ 4 ਪਾ ਦੱਸੋ। ਅਸੀਂ ਪੜ੍ਹ ਚੁੱਕੇ ਹਾਂ ਜੀ। ਜਾਗਰੂਕ ਨਾਗਰਿਕ ਹੋਣੇ ਚਾਹੀਦੇ ਜੀ, ਲੋਕਤੰਤਰੀ ਸਰਕਾਰ ਹੋਣੀ ਚਾਹੀਦੀ ਹੈ, ਸੁਤੰਤਰ ਨਿਆਂਪਾਲਿਕਾ ਹੋਣੀ ਚਾਹੀਦੀ ਹੈ, ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੋਣੀ ਚਾਹੀਦੀ ਹੈ ਜਿਸ ਵਿੱਚ ਨਾਗਰਿਕ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣਗੇ। ਸੁਤੰਤਰਤਾ ਸੰਭਵ ਨਹੀਂ ਹੈ। ਸੋ ਜੰਗ, ਜਾਤ, ਰੰਗ, ਨਸਲ, ਉੱਚੇ ਨੀਵੇਂ ਦੇ ਤੋਂ ਬਿਨਾਂ ਅਸੀਂ ਜਿਹੜਾ ਸਾਡੇ ਸਾਰਿਆਂ ਦੇ ਰਾਈਟਸ ਜਿਹੜੇ ਬਰਾਬਰ ਨੇ। ਸੋ ਨਾਗਰਿਕ ਜਾਗਰੂਕ ਹੋਣਗੇ, ਸਾਨੂੰ ਆਪਦੇ ਹੱਕਾਂ ਬਾਰੇ ਪਤਾ ਹੋਊਗਾ, ਤਾਂ ਹੀ ਅਸੀਂ ਜਿਹੜੀ ਸੁਤੰਤਰਤਾ ਦਾ ਆਨੰਦ ਜਿਹੜਾ ਲੰਬੇ ਸਮੇਂ ਤੱਕ ਮਾਣ ਸਕਦੇ ਹਾਂ। ਧੰਨਵਾਦ ਜੀ। ਤੁਹਾਡਾ ਟੌਪਿਕ ਇਸ ਤਰ੍ਹਾਂ ਲੱਗਿਆ। ਜੇ ਇਹਦੇ ਵਿੱਚ ਹੋਰ ਵੀ ਕੋਈ ਮਟੀਰੀਅਲ ਲੋੜੀਂਦਾ ਤਾਂ ਮੈਸੇਜ ਕਰਕੇ ਜ਼ਰੂਰ ਦੱਸਿਓ ਜੀ। ਥੈਂਕ ਯੂ ਜੀ ਤੁਹਾਡਾ।